ਮੰਤਰੀ ਲਾਲਚੰਦ ਕਟਾਰੂ ਚੱਕ ਦੀਆਂ ਹੋਰ ਮੁਸ਼ਕਲਾਂ ਵਧੀਆਂ। ਐਸਸੀ ਕਮਿਸ਼ਨ ਦਾ ਤੀਜਾ ਨੋਟਿਸ। ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਇੱਟ ਖੜਕਾ ਸ਼ੁਰੂ ਹੋ ਚੁੱਕਾ ਜ਼ਬਰਦਸਤ ਕਿ ਲਾਲਚੰਦ ਕਟਾਰੂ ਚੱਕ ਸਾਹਿਬ ਕਰਮਾਂ ਵਾਲੇ ਨੇ, ਭਾਗਾਂ ਵਾਲੇ ਨੇ, ਕਿਸਮਤ ਵਾਲੇ ਨੇ ਕਿ ਇੰਨੇ ਘਿਨਾਉਣੇ ਜੁਰਮ ਲੱਗੇ ਹੋਣੇ ਨੇ, ਘਿਨਾਉਣੇ ਦੋਸ਼ ਲੱਗੇ ਹੋਣੇ, ਉਹ ਫਿਰ ਵੀ ਪੰਜਾਬ ਸਰਕਾਰ ਦਾ ਹਿੱਸਾ ਨੇ। ਉਸ ਸੰਵਿਧਾਨ ਦੇ ਤਹਿਤ ਐਸਸੀ ਕਮਿਸ਼ਨ ਬਣਿਆ ਔਰ ਐਸਸੀ ਕਮਿਸ਼ਨ ਦਾ ਚੇਅਰਮੈਨ ਤੁਹਾਨੂੰ 3 ਚਿੱਠੀਆਂ ਲਿਖ ਚੁੱਕੇ ਨੇ। ਮਤਲਬ ਤੁਹਾਨੂੰ ਇਸ ਮਸਲੇ ਦੇ ਵਿੱਚ ਤੁਸੀਂ ਮਤਲਬ ਕਿਸੇ ਦੀ ਪਰਵਾਹ ਨਹੀਂ। ਪ੍ਰਤਾਪ ਸਿੰਘ ਬਾਜਵਾ ਨੇ ਲਾਭ ਸਿੰਘ ਉਗੋ ਕੇ ਬਾਰੇ ਬੋਲ ਦਿੱਤਾ, ਤੁਸੀਂ ਕਹਿੰਦੇ ਕਿ ਦਲਿਤਾਂ ਤੇ ਹਮਲਾ ਹੋ ਗਿਆ। ਤੇ ਤੁਹਾਡੀ ਜਿਹੜੀ ਸਰਕਾਰ ਵਾ ਇੱਕ ਜਿਹੜਾ ਐਸਸੀ ਭਾਈਚਾਰੇ ਦੇ ਹਿੱਤਾਂ ਨੂੰ, ਅਧਿਕਾਰਾਂ ਨੂੰ ਰੱਖਿਆ ਕਰਦਾ ਹੈ, ਤੁਸੀਂ ਉਸ ਕਮਿਸ਼ਨ ਦੀ ਤੋਹੀਨ ਕਰ ਰਹੇ ਹੈਗੇ ਨੇ। ਜੇ ਉਸ ਕਮਿਸ਼ਨ ਦੀ ਤੋਹੀਨ ਕਰ ਰਹੇ ਹੋ ਤੁਸੀਂ, ਤੇ ਫਿਰ ਲਾਭ ਸਿੰਘ ਉਗੋ ਕੇ ਵੇਲੇ ਤੁਸੀਂ ਕਿਉਂ ਰੌਲਾ ਪਾ ਦਿੱਤਾ ਹੈਗਾ? ਤੁਸੀਂ ਕਿਉਂ ਕਹਿੰਦੇ ਕਿ ਮਾਫੀ ਮੰਗੇ ਪ੍ਰਤਾਪ ਸਿੰਘ ਬਾਜਵਾ? ਤੁਸੀਂ ਕਹਿੰਦੇ ਹੈਗੇ ਕਿ ਉਹਨੂੰ ਪਾਰਟੀ ਚੋਂ ਕੱਢਿਆ ਜਾਵੇ। ਵਿਜੇ ਸਾਂਪਲਾ ਚੇਅਰਮੈਨ ਨੇ ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਦੇ, ਤੇ ਤੁਹਾਨੂੰ ਕੋਈ ਸੰਵਿਧਾਨ ਦੀ ਪਰਵਾਹ ਨਹੀਂ ਹੈਗੀ। ਇਸ ਹਿਸਾਬ ਦੇ ਨਾਲ ਐਸਸੀ ਕਮਿਸ਼ਨ ਕੋਲ ਪਾਵਰਾਂ ਨੇ, ਉਹ ਪੰਜਾਬ ਦੇ ਡੀਜੀਪੀ ਨੂੰ ਵੀ, ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਤੇ ਐਸਆਈਟੀ ਦੇ ਮੈਂਬਰਾਂ ਨੂੰ ਤਲਬ ਕਰ ਸਕਦੇ ਨੇ ਬਾਈ ਨੇਮ। ਜਿਹੜਾ ਪੀੜਤ ਆ ਉਹ ਰੋ ਰਿਹਾ ਕਿ ਮੇਰੀ ਗਵਾਹੀ ਲੈ ਲਓ। ਜਦ ਤੱਕ ਮਿਨਿਸਟਰ ਲਾਲਚੰਦ ਕਟਾਰੂ ਚੱਕ ਪੰਜਾਬ ਸਰਕਾਰ ਦੇ ਮਿਨਿਸਟਰ ਰਹਿਣਗੇ, ਜਿਹੜੀ ਕਾਰਵਾਈ ਆ ਐਸਆਈਟੀ ਉਹ ਨਿਰਪੱਖ ਹੋ ਨਹੀਂ ਸਕਦੀ। ਤੇ ਉਹਨੇ ਐਸਆਈਟੀ ਨੇ ਸਰਕਾਰ ਦਾ ਪੱਖ ਪੂਰਨਾ, ਮਿਨਿਸਟਰ ਦਾ ਪੱਖ ਪੂਰਨਾ। ਔਰ ਸਭ ਤੋਂ ਵੱਡੀ ਗੱਲ, ਸਰਕਾਰ ਨੇ ਜੇ ਐਸਆਈਟੀ ਬਣਾਈ ਆ ਤੇ ਉਹਦੇ 'ਚ 2 ਐਸਐਸਪੀ ਉਸੇ ਜ਼ਿਲ੍ਹੇ ਦੇ ਲਾਉਣ ਦੀ ਕੀ ਲੋੜ ਪੈ ਗਈ ਮੈਂਬਰ? ਅਜੇ ਤੱਕ ਉਹਦੇ ਪੀੜਤ ਦੇ ਬਿਆਨ ਨਹੀਂ ਦਰਜ ਹੋਏ, ਫਿਰ ਇਨਸਾਫ ਕਦੋਂ ਮਿਲੂਗਾ? ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਮੰਤਰੀ ਲਾਲਚੰਦ ਕਟਾਰੂ ਚੱਕ ਦੀਆਂ ਹੋਰ ਮੁਸ਼ਕਲਾਂ ਵਧੀਆਂ। ਐਸਸੀ ਕਮਿਸ਼ਨ ਦਾ ਤੀਜਾ ਨੋਟਿਸ, ਪਰ ਹਾਲੇ ਤੱਕ ਕੋਈ ਨਹੀਂ ਮਿਲਿਆ ਜਵਾਬ। ਇਸ ਦਾ ਕੀ ਕਾਰਨ ਹੈ, ਇਸ ਦੇ ਉੱਤੇ ਵੀ ਗੱਲ ਕਰਾਂਗੇ। ਜਥੇਦਾਰ ਸਾਹਿਬ ਨੇ ਜਿਹੜਾ ਕੌਮ ਦੇ ਨਾਲ ਸੰਦੇਸ਼ ਦਿੱਤਾ, ਉਸ ਵਿੱਚ ਕਿਹੜੀਆਂ ਵੱਡੀਆਂ ਗੱਲਾਂ ਕਹਿਤੀਆਂ, ਇਸ 'ਤੇ ਵੀ ਚਰਚਾ ਹੋਵੇਗੀ। ਔਰ ਨਾਲ ਹੀ ਬੀਬੀ ਜਗੀਰ ਕੌਰ ਦਾ ਬਿਆਨ ਜਦੋਂ ਆਉਂਦਾ ਤਾਂ ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਇੱਕ ਬਾਦਲ ਧੜਾ ਹੈ ਜਿਹੜਾ, ਉਸ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਕਿਉਂ ਹਲਚਲ ਪੈਦਾ ਹੋਈ ਹੈ, ਕਿਸ ਗੱਲ ਕਰਕੇ ਹੋਈ ਹੈ, ਇਸ 'ਤੇ ਵੀ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਭੁੱਲਰ ਸਾਹਿਬ, ਸਭ ਤੋਂ ਪਹਿਲੇ ਮੁੱਦੇ ਦੀ ਗੱਲ ਕਰੀਏ। ਜੇਕਰ ਮੰਤਰੀ ਲਾਲਚੰਦ ਕਟਾਰੂ ਚੱਕ ਦੀਆਂ ਨੋਟਿਸ ਤੇ ਨੋਟਿਸ ਆ ਰਹੇ ਆ, ਸਰਕਾਰ ਵੱਲੋਂ ਜਵਾਬ ਕੋਈ ਨਹੀਂ ਜਾ ਰਿਹਾ, ਕਾਰਨ ਕੀ ਹੈ? ਕਿੱਥੇ ਗਰਾਰੀ ਫਸੀ ਹੋਈ ਹੈ? ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਲੱਗਦਾ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਇੱਟ ਖੜਕਾ ਸ਼ੁਰੂ ਹੋ ਚੁੱਕਾ ਜ਼ਬਰਦਸਤ। ਔਰ ਜਦੋਂ ਇੱਟ ਖੜਕਾ ਸ਼ੁਰੂ ਹੋਵੇ ਤਾਂ ਫਿਰ ਗੱਲ ਕਿਸੇ ਪੱਤਨ ਤੇ ਨਹੀਂ ਲੱਗਦੀ ਹੈਗੀ। ਔਰ ਕਹਿ ਸਕਦੇ ਕਿ ਇਸੇ ਇੱਟ ਖੜਕੇ ਦੇ ਚੱਲਦਿਆਂ ਜਾਂ 36 ਦਾ ਅੰਕੜਾ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਸੈਂਟਰ ਸਰਕਾਰ ਕਰਕੇ, ਉਹਦੇ ਕਰਕੇ ਕਹਿ ਸਕਦੇ ਕਿ ਲਾਲਚੰਦ ਕਟਾਰੂ ਚੱਕ ਸਾਹਿਬ ਕਰਮਾਂ ਵਾਲੇ ਨੇ, ਭਾਗਾਂ ਵਾਲੇ ਨੇ, ਕਿਸਮਤ ਵਾਲੇ ਨੇ ਕਿ ਇੰਨੇ ਘਿਨਾਉਣੇ ਜੁਰਮ ਲੱਗੇ ਹੋਣੇ ਨੇ, ਘਿਨਾਉਣੇ ਦੋਸ਼ ਲੱਗੇ ਹੋਣੇ, ਉਹ ਫਿਰ ਵੀ ਪੰਜਾਬ ਸਰਕਾਰ ਦਾ ਹਿੱਸਾ ਨੇ। ਤੇ ਉਹ ਸਾਰੇ ਮੀਟਿੰਗਾਂ ਅਟੈਂਡ ਕਰ ਰਹੇ ਨੇ, ਕੈਬਨਿਟ 'ਚ ਹੈ ਹਿੱਸਾ ਰਹੇ ਨੇ, ਸੈਂਟਰ ਵਾਲਿਆਂ ਨਾਲ ਬੈਠਦੇ ਨੇ, ਪੰਜਾਬ ਵਾਲਿਆਂ ਨਾਲ ਬੈਠਦੇ ਹੈਗੇ ਨੇ। ਰਹੀ ਗੱਲ ਕਿ ਦੇਖੋ, ਜੇ ਤੁਸੀਂ ਕਿਸੇ ਵਿਧਾਨ ਤੇ ਸੰਵਿਧਾਨ ਦੀ ਪਾਲਣਾ ਨਹੀਂ ਕਰੋਗੇ, ਫਿਰ ਕੌਣ ਤਵੱਕੋ ਰੱਖੂਗਾ? ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਸਾਡਾ ਜਿਹੜਾ ਸੰਵਿਧਾਨ ਸਾਡੇ ਵਾਸਤੇ ਸੁਪਰੀਮ ਆ? ਉਸੇ ਸੰਵਿਧਾਨ ਦੇ ਤਹਿਤ ਐਸਸੀ ਕਮਿਸ਼ਨ ਬਣਿਆ ਔਰ ਐਸਸੀ ਕਮਿਸ਼ਨ ਦਾ ਚੇਅਰਮੈਨ ਤੁਹਾਨੂੰ 3 ਚਿੱਠੀਆਂ ਲਿਖ ਚੁੱਕੇ ਨੇ। ਮਤਲਬ ਤੁਹਾਨੂੰ ਇਸ ਮਸਲੇ ਦੇ ਵਿੱਚ ਤੁਸੀਂ ਮਤਲਬ ਕਿਸੇ ਦੀ ਪਰਵਾਹ ਨਹੀਂ। ਪ੍ਰਤਾਪ ਸਿੰਘ ਬਾਜਵਾ ਨੇ ਲਾਭ ਸਿੰਘ ਉਗੋ ਕੇ ਬਾਰੇ ਬੋਲ ਦਿੱਤਾ, ਤੁਸੀਂ ਕਹਿੰਦੇ ਕਿ ਦਲਿਤਾਂ ਤੇ ਹਮਲਾ ਹੋ ਗਿਆ। ਤੇ ਤੁਹਾਡੀ ਜਿਹੜੀ ਸਰਕਾਰ ਵਾ ਉਹ ਇੱਕ ਜਿਹੜਾ ਐਸਸੀ ਭਾਈਚਾਰੇ ਦੇ ਹਿੱਤਾਂ ਨੂੰ, ਅਧਿਕਾਰਾਂ ਨੂੰ ਰੱਖਿਆ ਕਰਦਾ ਹੈ, ਤੁਸੀਂ ਉਸ ਕਮਿਸ਼ਨ ਦੀ ਤੋਹੀਨ ਕਰ ਰਹੇ ਹੈਗੇ ਨੇ। ਤੇ ਜੇ ਉਸ ਕਮਿਸ਼ਨ ਦੀ ਤੋਹੀਨ ਕਰ ਰਹੇ ਹੋ ਤੁਸੀਂ, ਤੇ ਫਿਰ ਲਾਭ ਸਿੰਘ ਉਗੋ ਕੇ ਵੇਲੇ ਤੁਸੀਂ ਕਿਉਂ ਰੌਲਾ ਪਾ ਦਿੱਤਾ ਹੈਗਾ? ਤੁਸੀਂ ਕਿਉਂ ਕਹਿੰਦੇ ਕਿ ਮਾਫੀ ਮੰਗੇ ਪ੍ਰਤਾਪ ਸਿੰਘ ਬਾਜਵਾ? ਤੁਸੀਂ ਕਹਿੰਦੇ ਹੈਗੇ ਕਿ ਉਹਨੂੰ ਪਾਰਟੀ ਚੋਂ ਕੱਢਿਆ ਜਾਵੇ। ਤੇ ਜੇ ਤੁਹਾਡੀ ਚੁਣੀ ਹੋਈ ਸਰਕਾਰ, ਤੁਸੀਂ ਮੰਤਰੀਆਂ ਨੇ ਸਹੁੰ ਚੁੱਕੀ ਆ ਸੰਵਿਧਾਨ ਦੀ, ਉਸੇ ਸੰਵਿਧਾਨ ਦੇ ਤਹਿਤ ਵਿਜੇ ਸਾਂਪਲਾ ਚੇਅਰਮੈਨ ਨੇ ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਦੇ, ਤੇ ਤੁਹਾਨੂੰ ਕੋਈ ਸੰਵਿਧਾਨ ਦੀ ਪਰਵਾਹ ਨਹੀਂ ਹੈਗੀ। ਤੇ ਜੇ ਬਾਈ ਦਾ ਵੇ ਅਗਰ ਉਹ ਵਿਜੇ ਸਾਂਪਲਾ ਬੀਜੇਪੀ ਨਾਲ ਤਾਲੁਕ ਰੱਖਦੇ, ਉੱਥੇ ਹੁਣ ਮਸਲਾ ਬੀਜੇਪੀ ਦਾ ਨਹੀਂ ਆ, ਮਸਲਾ ਕਿ ਉਸ ਕਮਿਸ਼ਨ ਦਾ, ਜਿਹੜਾ ਕਮਿਸ਼ਨ ਹਿੰਦੁਸਤਾਨ ਦੇ ਪੂਰੇ ਦਲਿਤਾਂ ਦੀ ਰੱਖਿਆ ਕਰਨ ਵਾਸਤੇ ਸੈਂਟਰ ਸਰਕਾਰ ਦੇ ਐਕਟ ਦੇ ਤਹਿਤ ਬਣਿਆ ਹੈਗਾ। ਹੁਣ ਤੀਜੀ ਚਿੱਠੀ ਕੱਢੀ ਆ। ਲੱਗਦਾ ਜਿਸ ਹਿਸਾਬ ਦੇ ਨਾਲ ਐਸਸੀ ਕਮਿਸ਼ਨ ਕੋਲ ਪਾਵਰਾਂ ਨੇ, ਉਹ ਪੰਜਾਬ ਦੇ ਡੀਜੀਪੀ ਨੂੰ ਵੀ, ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਤੇ ਐਸਆਈਟੀ ਦੇ ਮੈਂਬਰਾਂ ਨੂੰ ਤਲਬ ਕਰ ਸਕਦੇ ਨੇ ਬਾਈ ਨੇਮ। ਪਿੱਛੇ ਜੇ ਇੱਕ ਐਜੂਕੇਸ਼ਨ ਦਾ ਮਸਲਾ ਪਿਆ ਸੀ, ਉਹਨਾਂ ਨੇ ਜਸਪ੍ਰੀਤ ਤਲਵਾੜ ਜਿਹੜੇ ਆਈਐਸ ਆਫੀਸਰ ਨੇ, ਉਹਨਾਂ ਨੂੰ ਕਿਹਾ ਸੀ, ਆਰਡਰ ਪਾਸ ਕਰ ਦਿੱਤੇ ਸੀ ਕਿ ਉਹਨਾਂ ਨੂੰ ਅਰੈਸਟ ਕਰਕੇ ਪੇਸ਼ ਕੀਤਾ ਜਾਵੇ। ਤੇ ਕੱਲ੍ਹ ਨੂੰ ਇਹ ਨਾ ਹੋਣ ਕਿ ਪੰਜਾਬ ਦੇ ਡੀਜੀਪੀ ਸਾਹਿਬ
ਪੰਜਾਬ ਦੇ ਚੀਫ ਸੈਕਟਰੀ ਔਰ ਐਸਆਈਟੀ ਦੇ ਮੈਂਬਰ ਸਾਰਿਆਂ ਨੂੰ ਤਲਬ ਕਰਨਾ ਪਵੇ ਬਾਈ ਨੇਮ। ਇਸ ਕਰਕੇ ਸਰਕਾਰ ਨੂੰ ਚਾਹੀਦਾ, ਜੇ ਐਸਸੀ ਕਮਿਸ਼ਨ ਤੁਹਾਡੇ ਕੋਲ ਡਿਟੇਲ ਮੰਗ ਰਿਹਾ, ਤੁਹਾਨੂੰ ਡਿਟੇਲ ਦੇਣ 'ਚ ਕੀ ਹਰਜ ਆ, ਕੀ ਗੁਨਾਹ ਤੁਸੀਂ ਐਸਆਈਟੀ ਮੈਂਬਰਾਂ ਨੇ ਹੁਣ ਤੱਕ ਕੀਤਾ ਕੀ ਹੈ, ਤੁਸੀਂ ਰਿਪੋਰਟ ਦੇ ਦਿੱਤੋ। ਪੰਜਾਬ ਸਰਕਾਰ ਰਿਪੋਰਟ ਦੇ ਦੇ ਕਿ ਅਸੀਂ ਐਸਆਈਟੀ ਬਣਾਈਆਂ, ਜਾਂਚ ਚੱਲ ਰਹੀ ਆ, ਲੇਕਿਨ ਜਾਂਚ ਚੱਲੀ ਨਹੀਂ, ਸ਼ੁਰੂ ਨਹੀਂ ਹੋਈ। ਜਿਹੜਾ ਪੀੜਤ ਆ ਉਹ ਰੋ ਰਿਹਾ ਕਿ ਮੇਰੀ ਗਵਾਹੀ ਲੈ ਲਓ, ਜਾਂ ਮੇਰੀ ਜਿਹੜੀ ਸ਼ਿਕਾਇਤ ਆ ਤੁਸੀਂ ਉਹਨੂੰ ਬਿਆਨ ਸਮਝ ਲਓ, ਮੇਰੀ ਸਟੇਟਮੈਂਟ ਸਮਝ ਲਓ। ਐਸਆਈਟੀ ਉਹ ਵੀ ਨਹੀਂ ਕਰ ਰਹੀ। ਐਸਆਈਟੀ ਤੇ ਇਹ ਕਹਿ ਰਹੀ ਕਿ ਉਹਨਾਂ ਦੇ ਕੋਈ ਮਾਪੇ ਨਹੀਂ ਲੱਭੇ, ਪੀੜਤ ਨਹੀਂ ਲੱਭਾ। ਉਹ ਬੰਦਾ ਕਹਿੰਦਾ ਮੈਂ ਦਿੱਲੀ ਬੈਠਾ, ਮੈਨੂੰ ਦਿੱਲੀ ਸੇਫ ਆ, ਪੰਜਾਬ ਮੇਰੇ ਲਈ ਖਤਰਾ, ਕਿਉਂਕਿ ਜਿਹੜਾ ਮਿਨਿਸਟਰ ਉਹ ਪਾਵਰਫੁਲ ਆ। ਜਦ ਤੱਕ ਮਿਨਿਸਟਰ ਲਾਲਚੰਦ ਕਟਾਰੂ ਚੱਕ ਪੰਜਾਬ ਸਰਕਾਰ 'ਚ ਮਿਨਿਸਟਰ ਰਹਿਣਗੇ, ਜਿਹੜੀ ਕਾਰਵਾਈ ਆ ਐਸਆਈਟੀ ਉਹ ਨਿਰਪੱਖ ਹੋ ਨਹੀਂ ਸਕਦੀ। ਉਹ ਇੱਕ ਪੀੜਤ ਨੂੰ ਇਨਸਾਫ ਨਹੀਂ ਦੇ ਨਹੀਂ ਸਕਦੀ, ਕਿਉਂਕਿ ਪੀੜਤ ਦੇ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ ਮਾਨਸਿਕ ਤੌਰ ਤੇ ਉਹ ਹੋ ਚੁੱਕਾ ਕਿ ਉਹਨੇ ਐਸਆਈਟੀ ਨੇ ਸਰਕਾਰ ਦਾ ਪੱਖ ਪੂਰਨਾ, ਮਿਨਿਸਟਰ ਦਾ ਪੱਖ ਪੂਰਨਾ। ਔਰ ਸਭ ਤੋਂ ਵੱਡੀ ਗੱਲ, ਸਰਕਾਰ ਨੇ ਜੇ ਐਸਆਈਟੀ ਬਣਾਈ ਆ ਤੇ ਉਹਦੇ 'ਚ 2 ਐਸਐਸਪੀ ਉਸੇ ਜ਼ਿਲ੍ਹੇ ਦੇ ਲਾਉਣ ਦੀ ਕੀ ਲੋੜ ਪੈ ਗਈ ਮੈਂਬਰ। ਡੀਆਈਜੀ ਬਾਰਡਰ ਰੇਂਜ ਦੇ ਲਾ ਦਿਓ, ਪਰ ਐਸਐਸਪੀ ਗੁਰਦਾਸਪੁਰ ਤੇ ਐਸਐਸਪੀ ਪਠਾਨਕੋਟ ਨੂੰ ਸ਼ਾਮਲ ਕਰਨ ਦੀ ਕੀ ਲੋੜ ਆ। ਔਰ ਇਸ ਮਸਲੇ ਦੇ ਵਿੱਚ ਘੱਟੋ ਘੱਟ ਏਡੀਜੀਪੀ ਲੈਵਲ ਰੈਂਕ ਦੇ ਲਾ ਦਿੰਦੇ ਹੈਗੇ। ਬਾਰਡਰ ਮੈਨੂੰ ਲੱਗਦਾ ਕਿ ਉਹ ਸਮੁੱਚੇ ਜਿਹੜੇ ਫੀਲਡ ਵਾਲੇ ਆਫੀਸਰ ਉਹਨਾਂ ਨੂੰ ਜਾਂਚ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ। ਲੇਕਿਨ ਹੁਣ ਪੰਜਾਬ ਸਰਕਾਰ ਕਿਉਂ ਨਹੀਂ ਪਰਵਾਹ ਕਰ ਰਹੀ ਸੇ। ਅਰਵਿੰਦ ਕੇਜਰੀਵਾਲ ਤੇ ਵੈ ਹੁਣ ਸੰਵਿਧਾਨ ਦੀ ਬੜੀ ਕਹਿ ਰਹੇ ਨੇ ਕਿ ਸੈਂਟਰ ਸਰਕਾਰ ਨੇ ਸੰਵਿਧਾਨ ਨੂੰ ਪਾੜ ਕੇ ਸੁੱਟਤਾ ਜੀ, ਲੀਰੋ ਲੀਰ ਕਰਤਾ ਜੀ, ਸੁਪਰੀਮ ਕੋਰਟ ਦੇ ਆਰਡਰ ਨਹੀਂ ਮੰਨ ਰਹੇ ਜੀ, 5 ਜੱਜਾਂ ਦਾ ਸੰਵਿਧਾਨਕ ਬੈਂਚ ਦੇ ਆਰਡਰ ਨਹੀਂ ਪਾਸ ਕਰ ਰਹੇ। ਤੇ ਫਿਰ ਤੁਸੀਂ ਜੇ ਦੋਸ਼ ਲਾਉਂਦੇ ਤੇ ਤੁਸੀਂ ਕਿਹੜੇ ਉਸ ਸੰਵਿਧਾਨ ਦੀ ਪਾਲਣਾ ਕਰ ਰਹੇ ਹੋ। ਤੁਸੀਂ ਵੀ ਤੇ 3 ਚਿੱਠੀਆਂ ਕੱਢ ਦਿੱਤੀਆਂ ਤੇ ਤੁਸੀਂ ਕਮਿਸ਼ਨ ਨੂੰ ਜ਼ੀਰੋ ਕਰ ਦਿੱਤਾ ਹੈਗਾ। ਕਮਿਸ਼ਨ ਨੇ ਜਿੱਥੇ 12 ਜੂਨ ਦਾ ਹੁਣ ਸਮਾਂ ਦਿੱਤਾ ਤੀਜੀ ਚਿੱਠੀ ਦੇ ਵਿੱਚ ਕਿ ਸਟੇਟਸ ਰਿਪੋਰਟ ਦਿਓ, ਕਾਰਵਾਈ ਹੋਈ ਕੀ ਹੈ, ਹੋਈ ਜਾਂ ਨਹੀਂ ਹੋਈ ਤੇ ਉਹਨਾਂ ਨੇ ਦੱਸਣਾ। ਨਾਲ 2 ਗੱਲਾਂ ਹੋਰ ਕਹੀਆਂ, ਇੱਕ ਤਾਂ ਕਹਿੰਦੇ ਪੀੜਤ ਨੂੰ ਸੁਰੱਖਿਆ ਮੁਹੱਈਆ ਕਰਾਓ, ਉਹਦੀ ਜਾਨ ਨੂੰ ਖਤਰਾ ਹੈ। ਨਾਲ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਜਿਹੜੇ ਵੀਡੀਓ ਕਾਨਫਰੰਸ ਦੇ ਜ਼ਰੀਏ, ਜਿਵੇਂ ਪੀੜਤ ਨੇ ਖੁਦ ਚਿੱਠੀ ਲਿਖੀ ਸੀ, ਉਹੀ ਗੱਲਾਂ ਫਿਰ ਵਿਜੇ ਸਾਂਪਲਾ ਸਾਹਿਬ ਨੇ ਕਹੀਆਂ ਕਿ ਬਿਆਨ ਦਰਜ ਕਰੋ ਜਿੰਨੀ ਛੇਤੀ ਹੋ ਸਕਦਾ। ਉਹ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਹਜੇ ਤੱਕ ਉਹਦੇ ਪੀੜਤ ਦੇ ਬਿਆਨ ਨਹੀਂ ਦਰਜ ਹੋਏ, ਫਿਰ ਇਨਸਾਫ ਕਦੋਂ ਮਿਲੂਗਾ। ਫਿਰ ਤੁਸੀਂ ਕਿਵੇਂ ਕਹਿ ਸਕਦੇ ਨਾ ਕਿ ਅਸੀਂ ਇਨਸਾਫ ਦੇਣ ਵਾਲੀ ਪਾਰਟੀ ਜਾਂ ਸਰਕਾਰ ਆ। ਇੱਕ ਪੀੜਤ ਇਨਸਾਫ ਮੰਗ ਰਿਹਾ, ਤੁਸੀਂ ਇਨਸਾਫ ਨਹੀਂ ਦੇ ਰਹੇ। ਪੀੜਤ ਨੂੰ ਕੀ ਸਿਕਿਉਰਿਟੀ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ ਕਿਉਂਕਿ ਉਹਨੂੰ ਖਤਰਾ, ਠੀਕ ਹੈ, ਤੁਸੀਂ ਉਹ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਰਹੇ। ਤੇ ਕੀ ਪੀੜਤ ਹੁਣ ਹਾਈ ਕੋਰਟ ਜਾਵੇ ਸਿਕਿਉਰਿਟੀ ਲੈਣ ਵਾਸਤੇ? ਫਿਰ ਉਹ ਮਜ਼ਾਕ ਵਾਲੀ ਗੱਲ ਠੀਕ ਰਹੂਗੀ, ਕਿਉਂਕਿ ਉਹ ਸੋਸ਼ਲ ਮੀਡੀਆ ਤੇ ਵਿਰੋਧੀ ਵਾਇਰਲ ਕਰ ਰਿਹਾ ਕਿ ਸਿੱਟ ਦਾ ਮਤਲਬ ਹੁੰਦਾ ਪੁਰਾਣੀਆਂ ਵੀਡੀਓ ਕੱਢ ਕੇ ਕਿ ਸਿੱਟ ਦਾ ਮਤਲਬ ਬਹਿ ਜਾਓ, ਤਾਂ ਸਿੱਟ ਬਣੀ ਹੈ ਤਾਂ ਮਤਲਬ ਠੰਡੇ ਬਸਤੇ ਤਾਂ ਮਸਲਾ ਬਹਿ ਜਾਏਗਾ। ਜਦੋਂ ਵੀ ਕਿਸੇ ਵੀ ਮਸਲੇ ਦੀ ਕਮੇਟੀਆਂ ਬਣ ਜਾਣ, ਕਮਿਸ਼ਨ ਬਣ ਜਾਣ, ਐਸਆਈਟੀ ਬਣ ਜਾਏ, ਉਦੋਂ ਇਹਦਾ ਮਤਲਬ ਇਹ ਹੁੰਦਾ, ਇਹਦਾ ਮਤਲਬ ਹੁੰਦਾ ਕਿ ਤੁਸੀਂ ਰਿਜ਼ਲਟ, ਕਿਸੇ ਨੂੰ ਨਤੀਜਾ ਨਹੀਂ ਦੇਣਾ, ਕਿਸੇ ਨੂੰ ਇਨਸਾਫ ਨਹੀਂ ਦੇਣਾ ਹੈਗਾ। ਤੇ ਜਿਵੇਂ 84 ਸਿੱਖ ਕਤਲੇਆਮ ਦੇ ਵਿੱਚ 12 ਕਮੇਟੀਆਂ ਤੇ ਕਮਿਸ਼ਨ ਬਣੇ ਲੇਕਿਨ ਇਨਸਾਫ ਨਹੀਂ ਨਾ ਮਿਲਿਆ। ਇਹ ਜਦੋਂ ਵੀ ਸਿੱਟ ਬਣਦੀ ਹੈ, ਇਹ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਕਿੰਨੀਆਂ ਸਿੱਟ ਬਣੀਆਂ, ਪਰਮਾਰ ਵਾਲੀ ਸਿੱਟ, ਕਟੜੇ ਵਾਲੀ ਸਿੱਟ, ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ, ਨੌ ਨਿਹਾਲ ਵਾਲੀ ਸਿੱਟ, ਫਿਰ ਐਲਕੇ ਜਾਦਵ ਵਾਲੀ ਸਿੱਟ, ਕਿਤੇ ਮਿਲਿਆ ਇਨਸਾਫ। ਇਸ ਕਰਕੇ ਹੁੰਦਾ ਕਿ ਟਾਈਮ ਪਾਸ ਵਾਲੀਆਂ ਹੁੰਦੀਆਂ। ਪਰ ਰਹੀ ਗੱਲ ਹੁਣ, ਜੇ ਤੁਸੀਂ ਕਮਿਸ਼ਨ ਦੀ ਨਹੀਂ ਪਾਲਣਾ ਕਰੋਗੇ, ਹੁਣ ਕਮਿਸ਼ਨ ਨੂੰ ਆਰਡਰ ਬੜੇ ਹਾਰਸ਼ ਆਰਡਰ ਪਾਸ ਕਰਨੇ ਪੈਣਗੇ, ਬੜੇ ਕਹਿ ਸਕਦੇ ਹੈਗੇ ਕਿ ਤਿੱਖੇ ਆਰਡਰ ਪਾਸ ਕਰਨੇ ਪੈਣਗੇ। ਉਹ ਜਿਹੜੇ ਤਿੱਖੇ ਆਰਡਰਾਂ ਦੇ 12 ਜੂਨ ਨੂੰ ਪਤਾ ਲੱਗੂਗਾ ਕਿ ਹੁਣ ਬਾਈ ਨੇਮ ਪੰਜਾਬ ਦੇ ਡੀਜੀਪੀ ਜਾਂ ਪੰਜਾਬ ਦੇ ਮੁੱਖ ਸਕੱਤਰ ਜਾਂ ਜਿਹੜੇ ਐਸਆਈਟੀ ਦੇ ਮੈਂਬਰ ਤਲਬ ਹੋਣਗੇ। ਫਿਰ ਇਹਨੂੰ ਸਾਰਿਆਂ ਨੂੰ ਦਿੱਲੀ ਜਾਣਾ ਪੈਣਾ, ਫਿਰ ਪੇਸ਼ੀ ਹੋਏਗੀ। ਔਰ ਕਮਿਸ਼ਨ ਕੋ ਪਾਵਰਾਂ ਬਹੁਤ ਨੇ, ਪੰਜਾਬ ਦੇ ਅਫਸਰਾਂ ਨੂੰ ਤਾਂ ਪਤਾ ਹੋਊਗਾ ਕਮਿਸ਼ਨ ਕੋ ਕਿੰਨੀਆਂ ਪਾਵਰਾਂ, ਲੇਕਿਨ ਸ਼ਾਇਦ ਆਮ ਆਦਮੀ ਪਾਰਟੀ ਨੂੰ ਨਾ ਪਤਾ ਹੋਵੇ ਕਮਿਸ਼ਨ ਕੋ ਕੀ ਪਾਵਰ ਹੈ, ਕਿਉਂਕਿ ਨਵੇਂ ਆਏ ਨੇ। ਪਰ ਉਸ ਕਮਿਸ਼ਨ ਕੋ ਪਾਵਰਾਂ ਬਹੁਤ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਦੇਸ਼ ਦੇ ਨਾਗਰਿਕ ਆ, ਅਸੀਂ ਸਾਡੇ ਵਾਸਤੇ ਸੁਪਰੀਮ ਆ ਸੰਵਿਧਾਨ, ਤੇ ਅਸੀਂ ਉਸ ਸੰਵਿਧਾਨ ਨੂੰ ਵੀ ਨਹੀਂ ਮੰਨਦੇ ਹੈਗੇ। ਤੇ ਪੀੜਤ ਦੀ ਹਾਲੇ ਤੱਕ ਸਟੇਟਮੈਂਟ ਨਹੀਂ ਰਿਕਾਰਡ ਹੋਈ। ਤੇ ਇਸ ਮਸਲੇ ਦੇ ਵਿੱਚ ਪਹਿਲਾਂ ਹੀ ਬੜਾ ਰੌਲਾ ਪੈ ਚੁੱਕਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਸਾਹਿਬ ਕਹਿ ਚੁੱਕੇ ਹੈਗੇ ਨੇ ਕਿ ਅਫਸੋਸ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਰਕਾਰ ਨੂੰ ਬਾਹਰ ਕੱਢਣਾ ਚਾਹੀਦਾ, ਸਰਕਾਰ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਇਹ ਲਾਲਚੰਦ ਕਟਾਰੂ ਚੱਕ ਸਾਹਿਬ, ਲੇਕਿਨ ਸਰਕਾਰ ਨੇ ਉਹਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਇਸ ਮਸਲੇ ਦੇ ਵਿੱਚ ਗਵਰਨਰ ਸਾਹਿਬ ਦੇ ਹਵਾਲੇ ਕਿ ਸੀਬੀਆਈ ਨੂੰ ਸੌਂਪੀ ਜਾਵੇ। ਹਾਲਾਂਕਿ ਸੀਬੀਆਈ ਨੂੰ ਪੰਜਾਬ ਦੇ ਰਾਜਪਾਲ ਨਹੀਂ ਸੌਂਪ ਸਕਦੇ, ਕਿਉਂਕਿ 9 ਸਟੇਟਾਂ ਨੇ, ਜਦੋਂ ਦੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਬਣੀ ਸੀ, 9 ਸਟੇਟਾਂ ਨੇ 2014 ਤੋਂ ਬਾਅਦ ਜਿਹੜੇ ਐਕਟ ਦੇ ਵਿੱਚ ਅਮੈਂਡਮੈਂਟ ਕਰ ਲਈ ਸੀ
ਕਿ ਜੇ CBI ਦੀ ਜਾਂਚ ਕਰਾਓਗੇ ਤਾਂ ਪਹਿਲਾਂ ਸਟੇਟ ਦੀ ਮਨਜ਼ੂਰੀ ਲੈਣੀ ਜ਼ਰੂਰੀ ਆ। ਤੇ ਇਸ ਕਰਕੇ ਉਹ ਵੱਖਰੀ ਗੱਲ ਆ, ਮਸਲਾ CBI ਵਾਲਾ ਹੈ ਵੀ ਨਹੀਂ ਆ। ਲੇਕਿਨ ਜੇ ਇਨਸਾਫ ਨਹੀਂ ਕਿਸੇ ਪੀੜਤ ਨੂੰ ਮਿਲੂਗਾ ਤੇ ਫਿਰ ਉਹ ਹਾਈ ਕੋਰਟ 'ਚ ਚਲਾ ਜਾਊਗਾ। ਹਾਈ ਕੋਰਟ ਦੇ ਫਿਰ ਤੁਹਾਨੂੰ ਜਿਹੜੇ ਆਰਡਰ ਆ ਉਹ ਤਾਂ ਮੰਨਣੇ ਹੀ ਪੈਣ। ਜੇ ਹਾਈ ਕੋਰਟ ਦੇ ਵਿੱਚ ਕੋਈ ਚਲਾ ਗਿਆ ਵੀ, ਕਿਉਂਕਿ ਪ੍ਰੈਸ਼ਰ ਹੈ, ਇਹਦਾ ਮਤਲਬ ਤੁਸੀਂ ਇਨਸਾਫ ਦੇਣਾ ਨਹੀਂ ਚਾਹੁੰਦੇ। ਇਹਦਾ ਮਤਲਬ ਇਹ ਵੀ ਆ ਕਿ ਜਿਹੜਾ ਪੀੜਤ ਆ ਉਹਨੂੰ ਆਪਣੀ ਜਾਨ ਮਾਲ ਤੋਂ ਖਤਰਾ ਹੈਗਾ। ਉਸ ਤੋਂ ਬਾਅਦ ਜੇ ਹਾਈ ਕੋਰਟ ਜਾਊਗਾ ਤਾਂ ਲਾਜ਼ਮੀ ਤੌਰ 'ਤੇ ਸਰਕਾਰ ਨੂੰ ਸਟੇਟਸ ਰਿਪੋਰਟ ਦੇਣੀ ਪਏਗੀ। ਲੇਕਿਨ ਹੁਣ ਐਸਸੀ ਕਮਿਸ਼ਨ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਜੇ ਕਰੈਕਟਰ ਦੀ ਗੱਲ ਕਰਨੀ ਹੈਗੀ ਆ, ਜੇ ਜਾਂ ਡਿਸਿਪਲਿਨ ਦੀ ਗੱਲ ਕਰਨੀ ਹੈਗੀ ਆ, ਅਨੁਸ਼ਾਸਨ ਦੀ ਗੱਲ ਕਰਨੀ ਹੈਗੀ ਆ, ਸਾਫ ਸੁਥਰਿਆਂ ਦੀ ਗੱਲ ਕਰਨੀ ਆ, ਕੱਟੜ ਇਮਾਨਦਾਰ ਦੀ ਗੱਲ ਕਰਨੀ ਆ, ਤਾਂ ਫਿਰ ਲਾਜ਼ਮੀ ਤੌਰ 'ਤੇ ਅਰਵਿੰਦ ਕੇਜਰੀਵਾਲ ਨੂੰ ਸਾਹਿਬ ਨੂੰ ਚਾਹੀਦਾ ਸੀ ਕਿ ਜਿੱਦਣ ਇੰਨੇ ਘਿਨਾਉਣੇ ਦੋਸ਼ ਲੱਗੇ ਨੇ ਉਸ ਦਿਨ ਲਾਲਚੰਦ ਕਟਾਰੂ ਚੱਕ ਸਾਹਿਬ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਸੀ। ਇੱਕ ਮਸਲਾ ਹੋਰ ਬੜਾ ਸਿੱਖ ਕੌਮ ਨਾਲ ਸਿੱਧੇ ਤੌਰ ਤੇ ਜੁੜਿਆ। ਜਦੋਂ ਵੀ ਇਹ ਗੱਲ ਮਹੀਨਾ ਤੁਰਦਾ ਹੈ, ਤਰੀਖਾਂ ਤੁਰਦੀਆਂ ਨੇ, ਤਾਂ ਕੌਮ ਦੇ ਜਥੇਦਾਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਸੁਨੇਹਾ ਦਿੰਦੇ ਨੇ। ਜਿਹੜਾ ਉਹਨਾਂ ਨੇ ਹੁਣ ਸੁਨੇਹਾ ਦਿੱਤਾ ਉਸ ਦੇ ਵਿੱਚ ਹਕੂਮਤ ਬਾਰੇ ਜੋ ਗੱਲਾਂ ਉਹਨਾਂ ਨੇ ਆਖੀਆਂ ਉਹ ਕੀ ਸੰਕੇਤ ਦਿੰਦੀਆਂ ਨੇ, ਕਿੱਥੇ ਜੇ ਕਰਕੇ ਗੱਲ ਖੜੀ ਹੈ ਔਰ ਚਾਹੁੰਦੇ ਕੀ ਨੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੇ ਵਿੱਚ ਸਿੱਖ ਕੌਮ ਹੀ ਇੱਕ ਅਜਿਹੀ ਕੌਮ ਆ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਦੇਸ਼ ਦੀ ਆਜ਼ਾਦੀ ਦੀ ਖਾਤਰ। ਔਰ ਅੱਜ ਵੀ ਜਿਹੜੇ ਸਿੱਖ ਨੌਜਵਾਨ ਜਾਂ ਪੰਜਾਬੀ ਮੁੰਡੇ ਨੇ ਹੱਸ ਕੇ ਦੇਸ਼ ਦੇ ਖਾਤਰ, ਆਨ ਸ਼ਾਨ ਬਾਣ ਖਾਤਰ ਸ਼ਹਾਦਤ ਦਾ ਜਾਮ ਪੀ ਰਹੇ ਨੇ। ਔਰ ਇੰਡੀਆ ਇੱਕ ਅਜਿਹਾ ਵਾਹਿਦ ਕੰਟਰੀ ਹੋਏਗਾ ਜਿਸ ਨੇ ਆਪਣੀ ਇੱਕ ਕੌਮ ਨੂੰ ਇਨਸਾਫ ਨਹੀਂ ਦਿੱਤਾ ਹੈਗਾ। 84 ਜਿਹੜਾ ਸਿੱਖ ਕਤਲੇਆਮ ਹੋਇਆ ਉਹਦਾ ਇਨਸਾਫ ਨਹੀਂ ਮਿਲੇਗਾ। ਕਿੰਨੇ ਲੋਕ ਮਾਰੇ ਗਏ ਨੇ, ਟਾਰਗੇਟਿੰਗ ਲਾਰਜ ਸਕੇਲ 'ਤੇ ਕਿਲਿੰਗ ਹੋਈ ਆ, ਦਿੱਲੀ ਹੋਈ ਆ, ਕਾਨਪੁਰ ਹੋਈ ਆ। ਔਰ 1984 ਤੋਂ ਲੈ ਕੇ 39 ਸਾਲ ਹੋ ਚੁੱਕੇ ਨੇ, ਇਹ ਕੋਈ ਇਨਸਾਫ ਨਹੀਂ ਮਿਲਿਆ। 12 ਕਮਿਸ਼ਨ, 12 ਤੇ ਕਮੇਟੀਆਂ ਬਣੀਆਂ ਸੀ, ਵੱਖ-ਵੱਖ ਜੱਜਾਂ ਦੀਆਂ ਬਣੀਆਂ ਸੀ, ਇਨਸਾਫ ਨਹੀਂ ਮਿਲਿਆ ਹੈਗਾ। ਔਰ ਫਿਰ ਦਰਬਾਰ ਸਾਹਿਬ 'ਤੇ ਹਮਲਾ, ਅਕਾਲ ਤਖਤ ਸਾਹਿਬ 'ਤੇ ਹਮਲਾ, ਉਹਦਾ ਇਨਸਾਫ ਕਿੱਥੋਂ ਮਿਲ ਜੂਗਾ ਨਾ। ਔਰ ਇਸ ਕਰਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਅੱਜ ਜਿਹੜਾ ਸੰਦੇਸ਼ ਦਿੱਤਾ ਕੌਮ ਨੂੰ, ਉਹਨਾਂ ਕਿਹਾ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ, ਸਾਰੇ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ, ਵੱਖ-ਵੱਖ ਸੰਪਰਦਾਵਾਂ ਹੋਰ ਜਿੰਨੀਆਂ ਵੀ ਧਿਰਾਂ ਨੇ ਉਹਨੂੰ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜ਼ਾਲਮ ਸਰਕਾਰਾਂ ਕੋਲ ਕਦੀ ਇਨਸਾਫ ਨਹੀਂ ਮੰਗਿਆ ਜਾਂਦਾ ਔਰ ਨਾ ਹੀ ਤਵੱਕੋ ਰੱਖਣੀ ਚਾਹੀਦੀ। ਸਾਨੂੰ ਆਪਣੇ ਆਪ 'ਚ ਇੰਨਾ ਸਮਰਥ ਮਜ਼ਬੂਤ ਹੋਣਾ ਚਾਹੀਦਾ। ਕਹਿੰਦੇ ਕਿ ਜੇ ਸਾਨੂੰ 84 ਯਾਦ ਕਰਵਾਈ ਜਾਊਗੀ ਤੇ ਸਾਨੂੰ 84 ਇਹ ਸਮਝ ਲਓ ਕਿ ਅਸੀਂ ਮਜਬੂਰ ਨਹੀਂ ਹਾਂ, ਸਾਨੂੰ ਮਜ਼ਬੂਤ ਕਰਦੀ ਹੈਗੀ ਆ। ਤੇ ਜਿਹੇ ਉਹਨਾਂ ਨੇ ਅੱਜ ਅਲਫਾਜ਼ ਵਰਤੇ ਨੇ ਉਹਨੂੰ ਦੇਖੋ, ਜਿਹੜੇ ਗੈਰ ਸਿੱਖ ਜਾਂ ਇੰਡੀਅਨ ਗੌਰਮੈਂਟ ਆ ਜਾਂ ਦਿੱਲੀ ਬੈਠੀ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਕਿਵੇਂ ਦੇਖਦੀ ਆ, ਉਹ ਕਿਵੇਂ ਇਹਦਾ ਆਪਰੇਸ਼ਨ ਕਰਦੀ ਹੈਗੀ, ਕਿਵੇਂ ਸੋਚਦੀ, ਉਹਨਾਂ ਦੇ ਮਾਇਨੇ ਕੀ ਆ। ਲੇਕਿਨ ਇੱਕ ਗੱਲ ਤੇ ਦੇਸ਼ ਦੀ ਸਰਕਾਰ ਨੂੰ ਮੰਨਣਾ ਪਊਗਾ ਨਾ ਕਿ ਨਾ ਤੁਸੀਂ ਸਿੱਖ ਕਤਲੇਆਮ ਦਿੱਲੀ ਦਾ ਇਨਸਾਫ ਦਿੱਤਾ, ਨਾ ਤੁਸੀਂ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਹੋਇਆ। ਹੁਣ ਕਿਹੜੀ ਗੌਰਮੈਂਟ ਹੈ ਜਿਹੜਾ ਆਪਣੇ ਹੀ ਐਡੇ ਇੱਕ ਪਵਿੱਤਰ ਸਥਾਨ ਤੇ ਅਟੈਕ ਕਰੇ? ਇੱਦਾਂ ਦੀ ਹਕੂਮਤ ਕਦੀ ਸੋਚ ਸਕਦੇ ਹੈਗੇ ਨੇ? ਆਪਣੇ ਆਰਡਰ ਪਾਸ ਕੀਤੇ ਉਹਨੇ ਤੇ ਕਿੰਨੇ ਲੋਕ ਸ਼ਹੀਦ ਹੋਏ ਨੇ। ਦਿਨ ਜਾਣਬੁੱਝ ਕੇ ਉਹ ਚੁਣਿਆ ਗਿਆ ਸੀ ਜਿੱਦਣ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਅੱਜ ਦੇ ਮੌਕੇ ਤੀਜਾ ਘੱਲੂਘਾਰਾ ਕਹਿੰਦੇ ਹੈਗੇ ਨੇ। ਇਸ ਦਿਨ ਉਹ ਕਹਿ ਕੇ ਵਾਰ-ਵਾਰ ਜਿਹੜਾ ਸਾਨੂੰ ਯਾਦ ਕਰਾਉਂਦਾ ਰਹੂਗਾ। ਔਰ ਦੇਖੋ, ਇਨਸਾਫ ਮਿਲਿਆ ਨਹੀਂ ਹੈਗਾ। ਇਨਸਾਫ ਦਊਗਾ ਕੌਣ? ਇਹ ਤਾਂ ਹੈ ਨਹੀਂ ਹੈ ਕਿ 84 ਸਿੱਖ ਕਤਲੇਆਮ ਡਾਕਟਰ ਮਨਮੋਹਨ ਸਿੰਘ ਨੇ ਮਾਫੀ ਮੰਗ ਲਈ। ਹਿੰਦੁਸਤਾਨ ਦੀ ਦੇਸ਼ ਦੀ ਪਾਰਲੀਮੈਂਟ ਹੈ, ਜਦ 542 ਮੈਂਬਰ ਲੋਕ ਸਭਾ ਦੇ ਵਿੱਚ ਤੇ ਫਿਰ ਰਾਜ ਸਭਾ ਦੇ ਮੈਂਬਰ ਇੱਕ ਰੈਜੂਲੇਸ਼ਨ ਪਾਸ ਨਹੀਂ ਕਰਦੇ ਸਰਬਸੰਮਤੀ ਦੇ ਨਾਲ, ਤਦ ਤੱਕ ਮੰਨਿਆ ਜਾਊਗਾ ਕਿ ਇੰਡੀਅਨ ਗੌਰਮੈਂਟ ਨੇ ਮਾਫੀ ਮੰਗ ਲਈ ਹੈ। ਚਾਹੇ ਇੰਡੀਅਨ ਗੌਰਮੈਂਟ ਉੱਥੇ BJP ਰੂਲ ਕਰੇ, ਚਾਹੇ ਕਾਂਗਰਸ ਰੂਲ ਕਰੇ। ਦੇਸ਼ ਦਾ ਪ੍ਰਾਈਮ ਮਿਨਿਸਟਰ ਮਾਫੀ ਮੰਗ ਲੇ, ਉਹਨੂੰ ਮਾਫੀ ਨਹੀਂ ਆ। ਉਸ ਤੋਂ ਬਾਅਦ ਇਹ ਲੋਕ ਚੁੱਪ ਕਰਕੇ ਬੈਠ ਜਾਂਦੇ ਹੈਗੇ ਨੇ। ਅਤੇ ਇਹਦੇ ਇੰਡੀਅਨ ਗੌਰਮੈਂਟ ਨੇ ਦੇਖਣਾ ਹੈਗਾ ਨਾ ਕਿ ਜਿਹੜੀ ਸਿੱਖ ਕੌਮ ਆ ਜਿਹਦੇ ਹਿਰਦੇ ਜ਼ਖਮੀ ਹੋਏ ਨੇ, ਵਲੂੰਧਰੇ ਨੇ, ਅਸੀਂ ਮਲਮ ਕਿਉਂ ਨਹੀਂ ਲਾਈ ਹੈਗੀ? ਜਦ ਮਲਮ ਲਗਾਈ ਨਹੀਂ ਤਾਂ ਇੱਦਾਂ ਦੀਆਂ ਗੱਲਾਂ ਅਕਾਲ ਤਖਤ ਸਾਹਿਬ ਤੋਂ ਹੁੰਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ 'ਚ ਵੀ। ਪਿਛਲੇ 39 ਸਾਲ ਤੋਂ ਤਾਂ ਹੋ ਰਹੀਆਂ ਅਤੇ ਸਦੀਆਂ ਤੱਕ ਹੁੰਦੀਆਂ ਰਹਿਣਗੀਆਂ। 84 ਸਿੱਖ ਕੌਮ ਨੂੰ ਇਹ ਤੜਫਾਉਂਦੀ ਰਹੇਗੀ, ਕਰਲਾਉਂਦੀ ਰਹੇਗੀ ਔਰ ਕੌਮ ਨੂੰ ਮਜ਼ਬੂਤ ਵੀ ਕਰਦੀ ਰਹੇਗੀ। ਇਹਨਾਂ ਅੱਜ ਉਹੋ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੱਲਾਂ ਕੀਤੀਆਂ। ਹੁਣ ਇਸ ਮਸਲੇ ਦੇ ਉਹਨਾਂ ਇਕੱਠੇ ਹੋਣ ਵਾਸਤੇ ਕਿਹਾ। ਹੁਣ ਵੱਖ-ਵੱਖ ਸਿੱਖ ਸੰਪਰਦਾਇ, ਸਿੱਖ ਜਥੇਬੰਦੀਆਂ ਉਹ ਇਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਸੁਨੇਹੇ ਨੂੰ ਕਿਵੇਂ ਦੇਖਦੀਆਂ ਹੈਗੀਆਂ। ਔਰ ਕਿਉਂਕਿ ਇਹ ਜਦੋਂ ਵੀ ਇਹ ਦਿਨ ਆਉਂਦੇ ਨੇ, ਇਸੇ ਕਰਕੇ ਜਿਹੜਾ ਵੀ ਕੋਈ ਕਾਂਗਰਸੀ ਬਾਹਰ ਜਾਂਦਾ ਹੈਗਾ ਔਰ 'ਤੇ ਅਟੈਕ ਹੁੰਦੇ ਨੇ।
ਪ੍ਰਾਈਮ ਮਿਨਿਸਟਰ ਜਦੋਂ ਡਾਕਟਰ ਮਨਮੋਹਨ ਸਿੰਘ ਸੀ ਜਾਂ ਸੋਨੀਆ ਗਾਂਧੀ, ਉਹਨੂੰ ਵੀ ਉਹਦੇ ਖਿਲਾਫ ਵੀ ਯੂਐਨ ਦੇ ਵਿੱਚ ਕੇਸ ਪਾਇਆ ਗਿਆ ਸੀ। ਇਹਨਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉੱਥੋਂ ਭੱਜਣਾ ਪਿਆ ਸੀ। ਹੁਣ ਆਹ ਤਾਜ਼ੀ ਘਟਨਾ, ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਵੀ ਲੋਕਾਂ ਨੇ ਜਵਾਬ ਪੁੱਛੇ ਨੇ। ਇਹ ਹੁੰਦਾ ਰਹੇਗਾ, ਜਿਹੜਾ ਵੀ ਇੰਡੀਅਨ ਪੋਲੀਟੀਸ਼ੀਅਨ ਆ, ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਦਲ, ਇਹਨਾਂ ਨੂੰ ਜਵਾਬ ਤੇ ਦੇਣੇ ਪੈਣਗੇ ਕਿ ਇਸ ਮਸਲੇ ਦੇ ਵਿੱਚ ਤੁਸੀਂ ਕੀਤਾ ਕੀ ਹੈਗਾ। ਔਰ ਜਿਹੜੀ ਦੇਸ਼ ਦੀ ਸਰਕਾਰ ਆ, ਉਹਨਾਂ ਨੂੰ ਸਿੱਖ ਕੌਮ ਨੂੰ ਜਿੱਥੇ ਇਨਾਮ ਦੇਣੇ ਚਾਹੀਦੇ ਹੈਗੇ ਸੀ, ਉੱਥੇ ਇੰਡੀਅਨ ਗੌਰਮੈਂਟ ਨੇ ਸਜ਼ਾਵਾਂ ਦਿੱਤੀਆਂ ਹੈ ਨਾ। ਇਹ ਜਿਹੜੇ ਅੱਜ ਜਥੇਦਾਰ ਸਾਹਿਬ ਨੇ ਬੋਲੇ, ਇਹਦੇ ਮਾਇਨੇ ਇਹੀ ਆ ਕਿ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ। ਉਹਨਾਂ ਤੇ ਜਫਰ ਸਾਹਿਬ ਦਾ ਵੀ ਹਵਾਲਾ ਦਿੱਤਾ ਕਿ ਦਸਮ ਪਾਤਸ਼ਾਹ ਦੀ ਐਗਜ਼ਾਮਪਲ ਦਿੱਤੀ ਹੈਗੀ ਕਿ ਜਿਹੜਾ ਲਿਖਤੀ ਸਮਝੌਤੇ ਤੇ ਫਿਰ ਵੀ ਕਹਿੰਦੇ ਮੁੱਕਰ ਗਿਆ ਸੀ। ਤੇ ਸੈਂਟਰ ਸਰਕਾਰਾਂ ਤੇ ਉਹਨਾਂ ਕਿਹਾ, ਸਰਕਾਰਾਂ ਤੇ ਹਕੂਮਤ ਤੇ ਕਿਹਾ ਜਥੇਦਾਰ ਨੇ ਕਿ ਤੁਸੀਂ ਭਰੋਸਾ ਕਰਦੇ ਹੋ ਤੇ ਤੁਹਾਡੀ ਮੂਰਖਤਾ। ਉਹਨਾਂ ਫਿਰ ਦਸਮ ਪਾਤਸ਼ਾਹ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਫਿਰ ਬਾਬਾ ਬੰਦਾ ਬਹਾਦਰ ਉਹਨਾਂ ਨੇ ਭੇਜਿਆ ਹੈਗਾ ਤੇ ਫਿਰ ਇਤਿਹਾਸ ਦੇ ਵਿੱਚ ਜੋ ਕੁਝ ਸਾਹਮਣੇ ਆ ਗਿਆ ਨੇ। ਉਹਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਥੇਦਾਰ ਸਾਹਿਬ ਨੇ, ਔਰ ਸਿੱਖ ਕੌਮ ਨੂੰ ਉਹਨਾਂ ਨੇ ਜਗਾਉਣ ਦੀ ਵੀ ਗੱਲ ਕੀਤੀ ਹੈਗੀ ਆ। ਤੇ ਸਿੱਖ ਕੌਮ ਤੇ ਬਾਕੀ ਜਿਹੜੀਆਂ ਕੌਮਾਂ ਜਾਂ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਬੈਠੀ ਆ, ਉਹ ਜਥੇਦਾਰ ਸਾਹਿਬ ਦੇ ਸ਼ਬਦਾਂ ਨੂੰ ਜਾਂ ਸੰਦੇਸ਼ ਨੂੰ, ਸੁਨੇਹੇ ਨੂੰ ਕਿਵੇਂ ਦੇਖਦੀ ਆ, ਇਹ ਜ਼ਿਆਦਾ ਮਹੱਤਵਪੂਰਨ ਆ ਜੀ। ਇੱਕ ਮਸਲਾ ਜੁੜਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਜਾਂ ਪੰਥਕ ਸਿਆਸਤ 'ਚ ਗੱਲ ਕਰੀਏ, ਕੋਈ ਬਿਆਨ ਆਉਂਦਾ, ਉਸ ਬਿਆਨ ਦੇ ਨਾਲ ਬਾਦਲ ਧੜੇ ਨੂੰ ਜ਼ਿਆਦਾ ਹਲਚਲ ਮੱਚ ਜਾਂਦੀ, ਅੰਦਰ ਚਰਚਾ ਛਿੜ ਜਾਂਦੀ ਕਿ ਹੋ ਕੀ ਗਿਆ। ਬੀਬੀ ਜਗੀਰ ਕੌਰ ਦਾ ਦਿੱਤਾ ਹੋਇਆ ਤਾਜ਼ਾ ਬਿਆਨ ਕੀ ਕਹਿੰਦਾ ਔਰ ਉਸ ਦੇ ਮਾਇਨੇ ਕੀ ਨੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੇ ਜਿਹੜੇ ਵੀ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਗਾ, ਉਦੋਂ ਤੇ ਇਹ ਬਾਦਲ ਟੱਬਰ ਦੀਆਂ ਸੌਹਾਂ ਖਾਂਦੇ ਸੀ, ਬਾਦਲ ਟੱਬਰ ਦੀਆਂ ਪਿੱਠ ਪੂਰਦੇ ਸੀ, ਬਾਦਲ ਟੱਬਰ ਦੇ ਪਰਛਾਵੇਂ ਤੇ ਉੱਠਦੇ ਬੈਠਦੇ ਸੀ ਸਾਰੇ। ਜਦੋਂ ਇਹ ਅਕਾਲੀ ਦਲ ਛੱਡ ਦਿੰਦੇ ਨੇ, ਇਹਨਾਂ ਨੂੰ ਬਾਦਲ ਟੱਬਰ ਮਾੜਾ ਲੱਗਣ ਲੱਗ ਪੈਂਦਾ। ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਚਲੋ ਹੁਣ ਤੇ ਸਵਰਗਾਂ 'ਚ ਜਾ ਚੁੱਕੇ, ਮਾੜੇ ਲੱਗਦੇ। ਸੁਖਬੀਰ ਸਿੰਘ ਬਾਦਲ ਮਾੜਾ ਲੱਗਦਾ ਰਿਹਾ ਤੇ ਸੁਖਬੀਰ ਸਿੰਘ ਬਾਦਲ ਖਾਤਰ ਪਹਿਲਾਂ ਲੜਦੇ ਰਹੇ। ਹੁਣ ਸਵਾਲ ਹੈ ਕਿ ਇਹਨਾਂ ਨੂੰ, ਇਹ ਸਾਰਿਆਂ ਨੂੰ ਪਤਾ, ਬਹੁਤ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ 'ਚੋਂ ਅੱਡ ਹੋ ਕੇ ਬੜੀ ਵਾਰ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਸਾਰਿਆਂ ਨੂੰ ਪਤਾ ਕਿ ਜਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਨਹੀਂ ਹੁੰਦਾ, ਉੱਤੇ ਕੰਟਰੋਲ ਨਹੀਂ ਹੁੰਦਾ, ਅਸੀਂ ਮੇਨ ਪੋਲਿਟਿਕਸ ਨਹੀਂ ਆ ਸਕਦੇ, ਅਸੀਂ ਪੰਜਾਬ ਦੀ ਵਾਲੀ ਵਾਰਸ ਨਹੀਂ ਬਣ ਸਕਦੇ, ਅਸੀਂ ਪੰਜਾਬ ਦੀ ਸੱਤਾ 'ਤੇ ਕਬਜ਼ਾ ਨਹੀਂ ਕਰ ਸਕਦੇ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 177 ਮੈਂਬਰ ਨੇ, 177 ਤੇ ਚੋਣ ਹੁੰਦੀ ਆ, ਤੇ ਪੰਜਾਬ ਵਿਧਾਨ ਸਭਾ ਦੇ 117 ਮੈਂਬਰ ਨੇ। 177 ਦੇ ਜਦੋਂ ਤੁਸੀਂ ਕੰਟਰੋਲ ਕਰ ਲਿਆ, ਤੁਹਾਡੇ ਹਲਕੇ ਮਜ਼ਬੂਤ ਹੋ ਜਾਣਗੇ, ਤੁਹਾਡਾ ਕਾਡਰ ਬਣ ਜਾਊਗਾ, ਤੁਹਾਡੀ ਲੀਡਰਸ਼ਿਪ ਮਜ਼ਬੂਤ ਹੋ ਜਾਏਗੀ। ਹੁਣ ਬੀਬੀ ਜਗੀਰ ਕੌਰ ਜਿਹੜੇ ਖੁਦ ਇੱਕ ਲਿਫਾਫੇ 'ਚੋਂ ਨਿਕਲੇ ਨੇ, ਜਿਹੜੇ ਖੁਦ ਇੱਕ ਬਾਦਲ ਪਰਿਵਾਰ ਦੀ ਦਇਆ 'ਚੋਂ ਨਿਕਲੇ ਹੋਏ, ਪੰਜਾਬ ਦੀ ਪਹਿਲੀ ਸਿੱਖ ਕੌਮ ਦੀ ਪਹਿਲੀ ਔਰਤ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੇ ਸੀ ਬੀਬੀ ਜਗੀਰ ਕੌਰ। ਉਹਨਾਂ ਨੂੰ ਇਹ ਲੱਗਦਾ ਕਿ ਹੁਣ ਪੰਥ ਮੈਂ ਚਲਾਉਣਾ ਹੈਗਾ, ਤੇ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੰਟਰੋਲ ਕਰਨ ਵਾਸਤੇ, ਜਿਹੜੇ ਅੱਜ ਉਹਨਾਂ ਦੀ ਇੰਟਰਵਿਊ ਛਪੀਆਂ ਇੰਡੀਅਨ ਐਕਸਪ੍ਰੈਸ ਦੇ ਵਿੱਚ, ਕਿ ਆਓ ਇਕੱਠੇ ਹੋਈਏ। ਉਹਨੇ ਕਿਹਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੇ ਨੇ ਕਿ ਬਾਦਲ ਟੱਬਰ ਦਾ ਖਹਿੜਾ ਛੱਡਿਆ ਜਾਵੇ ਜਾਂ ਬਾਦਲ ਦਲ ਦਾ ਖਹਿੜਾ ਛੱਡਿਆ ਜਾਵੇ, ਕਹਿੰਦੇ ਉਹ ਕਾਂਗਰਸ ਵੀ ਹੋ ਸਕਦੇ ਨੇ, ਬੀਜੇਪੀ ਵਾਲੇ ਵੀ ਹੋ ਸਕਦੇ ਨੇ, ਤੇ ਆਪ ਵਾਲੇ ਵੀ ਹੋ ਸਕਦੇ ਨੇ। ਹੁਣ ਜੇ ਬੀਬੀ ਜਗੀਰ ਕੌਰ ਨੂੰ ਕਾਂਗਰਸ ਦੀ ਮਦਦ ਲੈਣੀ ਪੈ ਗਈ, ਤੇ ਤੁਸੀਂ ਕਾਂਗਰਸ ਦੇ ਖਿਲਾਫ ਬੜਾ ਬੋਲੇ ਹੋ, ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਦੇ ਰਹੇ ਨੇ। ਤੇ ਅੱਜ ਇਸੇ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੇ ਕਿਹਾ ਕਿ ਬੀਬੀ ਜੀ, ਉਹ ਵੀ ਅੱਜ ਦੇ ਦਿਨ ਜਦੋਂ ਘੱਲੂ ਘਰ ਤੀਜਾ ਅਸੀਂ ਮਨਾਉਂਦੇ ਹੈਗੇ ਨੇ, ਇਹ ਕਰਕੇ ਕਿ ਕਾਂਗਰਸ ਦੀ ਦੇਣ ਸੀ, ਕਾਂਗਰਸ ਦੀ ਉਸ ਹਕੂਮਤ ਨੇ ਸੈਂਟਰ ਦੇ ਵਿੱਚ ਅਟੈਕ ਕੀਤਾ ਸੀ ਦਰਬਾਰ ਸਾਹਿਬ ਅਕਾਲ ਤਖਤ, ਤੇ ਅੱਜ ਤੁਸੀਂ ਉਹਨਾਂ ਦੀ ਮਦਦ ਲੈਣ ਵਾਸਤੇ ਤਿਆਰ ਹੋ ਗਏ ਹੋ। ਪਰ ਸਿਆਸਤ ਦੇ ਵਿੱਚ ਕਿਹੜਾ ਦੁਸ਼ਮਣ ਕਿਹੜਾ ਦੋਸਤ ਆ, ਕਿਹੜੇ ਵੇਲੇ ਬਣ ਜਾਣਾ ਹੈਗਾ, ਕਿਹਦੇ ਕੋਲ ਖੈਰ ਮੰਗਣੀ ਹੈ, ਕਿਹਦੇ ਘਰ ਦਾ ਕੁੰਡਾ ਖੜਕਾਉਣਾ ਹੈਗਾ, ਇਹ ਤੁਹਾਨੂੰ ਕੁਝ ਪਤਾ ਨਹੀਂ ਚੱਲਦਾ ਹੈਗਾ। ਕਿਉਂਕਿ ਸੱਤਾ 'ਤੇ ਕਬਜ਼ਾ ਕਰਨਾ, ਤੇ ਕਿਸੇ ਵੇਲੇ ਜਿਹੜੇ ਸੱਤਾ 'ਤੇ ਕਬਜ਼ਾ ਕਰਨੇ, ਉਹ ਜਿਹੜੇ ਦੁਸ਼ਮਣ ਹੁੰਦੇ ਨੇ ਸਿਆਸੀ, ਉਹ ਤੁਹਾਡੇ ਦੋਸਤ ਬਣ ਜਾਂਦੇ ਨੇ, ਦੋਸਤ ਤੁਹਾਡੇ ਦੁਸ਼ਮਣ ਬਣ ਜਾਂਦੇ। ਇਸ ਕਰਕੇ ਬੀਬੀ ਕਹਿੰਦੀ ਹੈ ਕਿ ਹੁਣ ਮੈਂ ਸਾਰੇ ਘਰਾਂ ਦਾ ਦਰਵਾਜ਼ਾ ਖੜਕਾਵਾਂਗੀ, ਉਹ ਚਾਹੇ ਅਕਾਲੀਆਂ ਬੀਜੇਪੀ ਦਾ ਹੋਵੇ, ਚਾਹੇ ਕਾਂਗਰਸ ਦਾ ਹੋਵੇ, ਚਾਹੇ ਆਪ ਦਾ ਹੋਵੇ। ਹੁਣ ਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿਆਰੀ ਹੋ ਚੁੱਕੀ ਆ ਵੀ ਇਲੈਕਸ਼ਨ ਸਤੰਬਰ ਦੇ ਵਿੱਚ ਤੇ ਨਗਰ ਨਿਗਮ ਦੀਆਂ ਵੋਟਾਂ ਪੈ ਜਾਣੀਆਂ। ਉਸ ਤੋਂ ਬਾਅਦ ਲੱਗਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾ ਲੈਣਗੀਆਂ। ਪਹਿਲਾਂ ਬੀਜੇਪੀ ਨੇ, ਸੈਂਟਰ ਸਰਕਾਰ ਨੇ, ਇਹ ਅਕਾਲੀ ਦਲ ਵਾਲੇ ਕਹਿੰਦੇ ਹੀ ਆ ਵੀ ਪਹਿਲਾਂ ਸੁਖਦੇਵ ਸਿੰਘ ਢੀਂਡਸੇ ਨੂੰ ਅੱਗੇ ਲਾਇਆ, ਗੱਲ ਨਹੀਂ ਬਣੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਜਿਹੜਾ ਪ੍ਰਧਾਨ ਬਣਾਉਣਾ ਸੀ, ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਇਸ ਖੇਡ ਪਿੱਛੇ ਬੀਬੀ ਜਗੀਰ ਕੌਰ ਨੂੰ ਖੜਾ ਕੀਤਾ। ਕਿਹਨੇ ਕੀਤਾ? ਇਕਬਾਲ ਸਿੰਘ ਲਾਲਪੁਰ ਨੇ, ਜਿਹੜੇ ਨੈਸ਼ਨਲ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ, ਉਹਨਾਂ ਦੇ ਇਲਜ਼ਾਮ ਲੱਗਦੇ ਰਹੇ ਹੈਗੇ ਨੇ। ਤੇ ਜਦੋਂ ਬੀਬੀ ਨੇ ਸਪੋਰਟ ਕਰ ਦਿੱਤੀ ਹੈਗੀ ਜਲੰਧਰ ਜਿਮਨੀ ਚੋਣ 'ਚ ਭਾਜਪਾ ਦੀ, ਤੇ ਅਕਾਲੀ ਦਲ ਨੇ ਕਹਿ ਦਿੱਤਾ ਕਿ ਬਿੱਲੀ ਥਾਲੇ 'ਚੋਂ ਬਾਹਰ ਹੀ ਨਿਕਲ ਆਈ ਹੈਗੀ। ਤੇ ਇਸ ਕਰਕੇ ਹੁਣ ਸਾਰਿਆਂ ਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੰਟਰੋਲ ਕੀਤਾ ਜਾਵੇ। ਜਿਹਦੇ ਬਣ ਗਏ ਉਸ 'ਤੇ ਕਬਜ਼ਾ। ਜੇ ਅਕਾਲੀ ਦਲ ਨੂੰ ਬਾਹਰ ਨਿਕਲ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੰਨ ਕੇ ਚੱਲੋ ਜੇ ਅਕਾਲੀ ਦਲ ਉੱਥੋਂ ਵੀ ਹਾਰ ਜਾਂਦਾ ਆਉਣ ਵਾਲੇ ਸਮੇਂ 'ਚ, ਤੇ ਫਿਰ ਅਕਾਲੀ ਦਲ ਇੱਕ ਨਵਾਂ ਉੱਭਰ ਕੇ ਆਊਗਾ, ਨਵਾਂ ਪ੍ਰਧਾਨ ਹੋਊਗਾ, ਨਵਾਂ ਢਾਂਚਾ ਹੋਊਗਾ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਪਾਰਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਆ, ਉਸ ਵਕਤ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ। ਜੀ ਬਹੁਤ ਸ਼ੁਕਰੀਆ। ਧੰਨਵਾਦ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹਨਾਂ 2-3 ਮੁੱਦਿਆਂ ਦੇ ਉੱਤੇ ਤੁਸੀਂ ਕੀ ਸੋਚਦੇ ਸਮਝਦੇ ਹੋ? ਆਪਣੀ ਰਾਏ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।